ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਆਰੇ ਸਰੋਤਿਓ, ਇਸ ਵਕਤ ਸਿੱਖ ਚੈਨਲ ਦੀ ਟੀਮ ਜਿਹੜੀ ਹੈ ਐਲਬਰੀ ਸ਼ਹਿਰ ਦੇ ਵਿੱਚ ਮੌਜੂਦ ਹੈ, ਜੋ ਕਿ ਮੈਲਬਰਨ ਤੋਂ 350 ਮੀਲ ਦੂਰ ਤੇ ਸਿਡਨੀ ਤੋਂ ਤਕਰੀਬਨ 5-550 ਮੀਲ ਦੀ ਦੂਰੀ 'ਤੇ ਹੈ। ਅਤੇ ਅਸੀਂ ਤੁਹਾਨੂੰ ਰੂਬਰੂ ਕਰਾ ਰਹੇ ਹਾਂ ਇੱਥੇ ਇਹਦੇ ਇੱਕ ਬਹੁਤ ਹੀ ਪਿਆਰੀ ਬੇਟੀ ਹਰਪ੍ਰੀਤ ਕੌਰ ਜੀ। ਸਾਡਾ ਇਹੀ ਮਕਸਦ ਹੁੰਦਾ ਹੈ ਕਿ ਸਾਡੇ ਪੰਜਾਬੀਆਂ ਨੇ ਕਿੱਥੇ ਕਿੱਥੇ ਜਾ ਕੇ ਕੀ ਮੱਲਾਂ ਮਾਰੀਆਂ ਹਨ। ਇਹਨਾਂ ਦਾ ਬੜਾ ਯੋਗਦਾਨ ਹੈ, ਕਿਉਂਕਿ ਪੰਜਾਬੀ ਬੋਲੀ ਸਿਖਾਉਣ ਦੇ ਵਿੱਚ ਜੇ ਆਪਾਂ ਪੰਜਾਬੀ ਬੋਲੀ ਹੀ ਭੁੱਲ ਗਏ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬੜੀ ਦੂਰ ਦੀ ਗੱਲ ਹੈ। ਗੁਟਕਾ ਸਾਹਿਬ ਤੋਂ ਕੌਣ ਪਾਠ ਕਰੂਗਾ? ਪੰਜਾਬੀ ਨੂੰ ਯਾਦ ਰੱਖਣਾ ਇਹ ਇੱਕ ਬੜਾ ਜ਼ਰੂਰੀ ਹੈ। ਅਤੇ ਇਹ ਇੱਕ ਟੀਚਰ ਹਨ, ਔਰ ਜਿੱਥੇ ਸਰਕਾਰੀ ਸਕੂਲ ਦੇ ਵਿੱਚ ਪੜ੍ਹਾਉਂਦੇ ਹਨ ਉੱਥੇ ਇਹ ਪੰਜਾਬੀ ਵੀ ਪੜ੍ਹਾਉਂਦੇ ਹਨ। ਇਹਨਾਂ ਦੇ ਰੂਬਰੂ ਇਹਨਾਂ ਦੇ ਕੋਲੋਂ ਹੀ ਸੁਣਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਰਪ੍ਰੀਤ ਕੌਰ ਜੀ, ਬੜੀ ਖੁਸ਼ੀ ਹੋਈ ਹੈ ਤੁਹਾਨੂੰ ਮਿਲ ਕੇ। ਅਤੇ ਆਪਣੇ ਪਿਛੋਕੜ ਬਾਰੇ ਦੱਸੋ ਸਰੋਤਿਆਂ ਨੂੰ ਕਿ ਤੁਹਾਡਾ ਪਿੱਛੋਂ ਕਿਹੜਾ ਪਿੰਡ ਆ ਅਤੇ ਉੱਥੇ ਕਿੰਨੀ ਸਟੱਡੀ ਕੀਤੀ ਅਤੇ ਕਦੋਂ ਤੁਸੀਂ ਆਸਟ੍ਰੇਲੀਆ ਦੇ ਵਿੱਚ ਜਿਹੜੀ ਆ ਉਹ ਐਂਟਰੀ ਕੀਤੀ? ਮੈਂ ਪੰਜਾਬ ਦੇ ਵਿੱਚੋਂ ਮੇਰਾ ਪਿੰਡ ਜਿਹੜਾ ਉਹ ਮੁਕਤਸਰ ਦੇ ਨਾਲ ਰੁਪਾਣਾ ਆ, ਅਤੇ ਮੈਂ ਉੱਥੇ ਆਪਦੇ ਪਿੰਡ ਵਿੱਚ 10ਵੀਂ ਤੱਕ ਦੀ ਪੜ੍ਹਾਈ ਕੀਤੀ। ਉਸ ਤੋਂ ਬਾਅਦ ਮੈਂ ਆਪਦੇ ਨਾਨਕੇ ਮੋਗੇ ਚਲੀ ਗਈ, ਉੱਥੇ ਮੈਂ ਪੜ੍ਹਾਈ ਕੀਤੀ। ਗ੍ਰੈਜੂਏਸ਼ਨ ਮੈਂ ਉੱਥੋਂ ਕੀਤੀ ਸੀਗੀ। ਲੁਧਿਆਣਾ ਖਾਲਸਾ ਕਾਲਜ ਤੋਂ ਮੈਂ MA ਹਿਸਟਰੀ ਕੀਤੀ। ਅਤੇ ਉਸ ਤੋਂ ਬਾਅਦ ਮੇਰਾ ਵਿਆਹ ਹੋਇਆ। ਮੈਂ ਵਿਆਹ ਕੇ ਜੀਰੇ ਗਈ। ਫਿਰੋਜ਼ਪੁਰ ਡਿਸਟ੍ਰਿਕਟ ਦੇ ਵਿੱਚ ਛੋਟਾ ਜਿਹਾ ਸ਼ਹਿਰ, ਤਾਂ ਉੱਥੇ ਜਾ ਕੇ ਮੈਂ ਐਜ਼ ਏ ਟੀਚਰ ਕੰਮ ਕਰਨਾ ਸ਼ੁਰੂ ਕੀਤਾ। ਪ੍ਰਾਈਵੇਟ ਸਕੂਲ 'ਚ ਪੜ੍ਹਾਉਂਦੀ ਸੀਗੀ। 8 ਸਾਲ ਉੱਥੇ ਪੜ੍ਹਾਉਣ ਤੋਂ ਬਾਅਦ 2008 ਦੇ ਵਿੱਚ ਮੈਂ ਆਸਟ੍ਰੇਲੀਆ ਆਈ। ਆਸਟ੍ਰੇਲੀਆ ਮੈਂ ਆ ਕੇ ਸਟੂਡੈਂਟ ਵੀਜ਼ੇ 'ਤੇ ਆਈ ਸੀ। ਮੈਂ ਮਾਸਟਰ ਆਫ ਟੀਚਿੰਗ ਕੀਤੀ ਇੱਥੇ ਆ ਕੇ। ਇੱਥੇ ਮਾਸਟਰ ਆਫ ਟੀਚਿੰਗ ਕਰਨ ਤੋਂ ਬਾਅਦ ਦੇ ਦੌਰਾਨ ਹੀ ਮੇਰਾ ਜਿਹੜਾ ਵਾਹ ਵਾਸਤਾ ਸੀਗਾ ਉਹ ਆਸਟ੍ਰੇਲੀਆ ਦੇ ਐਜੂਕੇਸ਼ਨ ਸਿਸਟਮ ਨਾਲ ਅਤੇ ਇੱਥੋਂ ਦੇ ਬੱਚਿਆਂ ਨਾਲ, ਉਹਨਾਂ ਦੇ ਪੜ੍ਹਨ ਦੇ ਤਰੀਕੇ, ਉਹਨਾਂ ਦੀਆਂ ਰੁਚੀਆਂ, ਉਹਨਾਂ ਸਾਰੀਆਂ ਚੀਜ਼ਾਂ ਨਾਲ ਪਿਆ। ਅਤੇ ਆਪਦੀ ਪੜ੍ਹਾਈ ਖ਼ਤਮ ਕਰਨ ਤੋਂ ਬਾਅਦ ਮੈਂ ਅਧਿਆਪਕ ਦੀ ਜੋਬ ਸ਼ੁਰੂ ਕੀਤੀ। ਅਤੇ ਜਿਸ ਤਰ੍ਹਾਂ ਹਰਪ੍ਰੀਤ ਕੌਰ ਜੀ ਤੁਸੀਂ ਅੱਜ ਤੋਂ 10-12 ਸਾਲ ਪਹਿਲਾਂ ਇੱਥੇ ਆਏ ਐਜ ਏ ਸਟੂਡੈਂਟ, ਅਤੇ ਕਿਸ ਤਰ੍ਹਾਂ ਸਟੂਡੈਂਟ ਦੀ ਲਾਈਫ 'ਤੇ ਤੁਸੀਂ ਕਿਸ ਤਰ੍ਹਾਂ ਸਮਝਦੇ? ਕਿਉਂਕਿ ਆਸਟ੍ਰੇਲੀਆ ਦੇ ਵਿੱਚ ਸਟੂਡੈਂਟ ਬਹੁਤ ਸਪੀਡ ਨਾਲ ਆ ਰਿਹਾ, ਖਾਸ ਕਰਕੇ ਮੈਲਬੌਰਨ ਦੇ ਵਿੱਚ। ਅਤੇ ਇਹ ਕੀ ਕਾਰਨ ਇੰਨਾ ਸਟੂਡੈਂਟ ਇੱਥੇ ਆ ਰਿਹਾ? ਤੁਸੀਂ ਵੀ ਉੱਥੇ ਇੰਡੀਆ ਦੇ ਵਿੱਚ ਸਰਵਿਸ ਕੀਤੀ ਹੈ, ਜਾਂ ਉਹਨਾਂ ਦਾ ਮਿਹਨਤ ਦਾ ਮੁੱਲ ਨਹੀਂ ਮਿਲਦਾ, ਅਤੇ ਜਾਂ ਸਟੂਡੈਂਟਾਂ ਦੀ ਇੱਥੇ ਆਣ ਕੇ ਕੀ ਪੋਜੀਸ਼ਨ ਆ? ਕੀ ਸਾਰੇ ਸਕਸੈਸਫੁੱਲ ਹੋ ਜਾਂਦੇ ਤੁਹਾਡੇ ਵਾਂਗੂ, ਜਾਂ PR ਲਈ ਕੀ ਕਰਨਾ ਪੈਂਦਾ ਉਹਨਾਂ ਨੂੰ? ਜਿਵੇਂ ਪਹਿਲੀ ਗੱਲ ਮੈਂ ਸ਼ੁਰੂ ਕਰੂੰਗੀ ਕਿ ਆਉਣ ਦੀ ਵਜ੍ਹਾ ਕੀ ਆ। ਜਿਵੇਂ ਤੁਸੀਂ ਸਹੀ ਕਿਹਾ ਕਿ ਕਾਰਨ ਇਹੀ ਹੈ ਕਿ ਸਾਨੂੰ ਉੱਥੇ ਸਾਡੀ ਮਿਹਨਤ ਦਾ ਮੁੱਲ ਨਹੀਂ ਮਿਲਦਾ, ਅਤੇ ਮੈਂ ਅਸਲ 'ਚ ਮਿਹਨਤ ਨੂੰ ਪਹਿਚਾਣਿਆ ਹੀ ਨਹੀਂ ਜਾਂਦਾ ਕਿ ਅਸੀਂ ਮਿਹਨਤ ਕਰ ਵੀ ਰਹੇ ਹਾਂ। ਜਿਵੇਂ ਮੈਂ ਉੱਥੇ ਦੱਸਿਆ ਤੁਹਾਨੂੰ, ਮੈਂ BEd ਕੀਤੀ ਹੋਈ ਸੀ, ਮਾਸਟਰ ਆਫ ਹਿਸਟਰੀ ਕੀਤੀ ਹੋਈ ਸੀ, ਤਾਂ ਮੈਨੂੰ ਕੋਈ ਜੋਬ ਨਹੀਂ ਮਿਲੀ। ਪ੍ਰਾਈਵੇਟ ਸਕੂਲ 'ਚ ਮੈਂ ਪੜ੍ਹਾ ਰਹੀ ਸੀ, ਬਹੁਤ ਥੋੜ੍ਹੀ ਤਨਖਾਹ 'ਤੇ। ਤਾਂ ਉਹੀ ਇੱਕ ਕਾਰਨ ਸੀਗਾ ਕਿ ਸਾਨੂੰ ਲੱਗਾ ਕਿ ਜ਼ਿੰਦਗੀ ਨੂੰ ਅੱਗੇ ਚਲਾਉਣ ਲਈ ਜ਼ਰੂਰੀ ਆ ਕਿ ਸਾਨੂੰ ਕੁਛ ਸੋਚਣਾ ਚਾਹੀਦਾ, ਅਤੇ ਅਸੀਂ ਆਸਟ੍ਰੇਲੀਆ ਇਸ ਲਈ ਆਏ ਸੀ। ਤਾਂ ਇੱਥੇ ਆ ਕੇ ਜਿਹੜੀ ਗੱਲ ਹੈਗੀ ਸਟੂਡੈਂਟਸ ਦੀ ਕਾਮਯਾਬੀ ਦੀ, ਤਾਂ ਉਹ ਜ਼ਰੂਰੀ ਹੈ ਜੀ। ਕਿ ਜੇ ਤੁਸੀਂ ਸਿਰਫ ਇੱਥੇ ਇਹ ਸੋਚ ਕੇ ਆਏ ਆ ਕਿ ਬਸ ਜਾਣਾ ਉੱਥੇ ਅਤੇ ਜਾਂਦਿਆਂ ਨੂੰ PR ਰੱਖੀ ਪਈ ਆ, ਇਹੋ ਜਿਹੀ ਕੋਈ ਗੱਲ ਨਹੀਂ ਹੈਗੀ। ਮਿਹਨਤ ਕਰਨੀ ਪੈਂਦੀ ਆ। 2 ਸਾਲ ਮੈਂ ਬਹੁਤ ਜ਼ਿਆਦਾ ਮਿਹਨਤ ਕੀਤੀ। ਮੇਰੀ ਮਾਸਟਰ ਆਫ ਟੀਚਿੰਗ ਇੱਥੇ ਪੂਰੀ ਹੋਈ। ਤਾਂ ਮਿਹਨਤ ਨਾਲ ਪੜ੍ਹੇ ਸਾਰੇ ਸਟੂਡੈਂਟਸ ਹੀ ਮੈਂ ਦੇਖੇ ਆ ਕਿ ਉਹ ਸਫਲ ਹੁੰਦੇ ਆ। ਪਰ ਜੇ ਤੁਸੀਂ ਇਹ ਸੋਚਦੇ ਆ ਕਿ ਛੋਟੇ ਛੋਟੇ ਕੋਈ ਕੋਰਸ ਲੈ ਲਏ ਆ ਕਿ ਸਿਰਫ PR ਵਾਲੇ ਪਾਸੇ ਸਾਡਾ ਨਿਸ਼ਾਨਾ PR ਆ, ਤਾਂ ਫਿਰ ਤੁਹਾਨੂੰ ਬਾਅਦ ਦੇ ਵਿੱਚ ਜਦੋਂ ਤੁਸੀਂ PR ਹੋ ਜਾਂਦੇ, ਫਿਰ ਮੈਂ ਦੇਖਿਆ ਕਿ ਉਹੀ ਸਟੂਡੈਂਟਸ ਜਿਹੜੇ ਉਹਨਾਂ ਨੂੰ ਹੋਰ ਕੋਰਸ ਕਰਨੇ ਪਏ, ਜਾਂ ਉਹਨਾਂ ਨੇ ਆਪਦੀ ਲਾਈਨ ਤੋਂ ਹਟ ਕੇ ਕੋਈ ਹੋਰ ਬਿਜ਼ਨਸ ਕੀਤਾ ਜਾਂ ਕੰਮ ਕੀਤਾ। ਅਤੇ ਜੇ ਤੁਸੀਂ ਆਪਦੀ ਲਾਈਨ ਨਾਲ ਜੁੜੇ ਰਹਿਣਾ ਚਾਹੁੰਦੇ ਆ, ਜਾਂ ਜਿਹੜਾ ਤੁਸੀਂ ਮਕਸਦ ਲੈ ਕੇ ਚੱਲੇ ਆ, ਉਹਦੇ ਲਈ ਮਿਹਨਤ ਬਹੁਤ ਜ਼ਰੂਰੀ ਆ। ਜਿਵੇਂ ਮੈਨੂੰ ਸੀ ਆ ਕਿ ਮੈਂ ਅਧਿਆਪਕ, ਇੰਡੀਆ ਵਿੱਚ ਮੈਂ ਅਧਿਆਪਕ ਸੀ ਕਿ ਮੈਂ ਅਧਿਆਪਕ ਹੀ ਬਣਨਾ ਆ, ਤਾਂ ਮੈਂ ਮੈਂ ਉਸ ਕੋਰਸ ਵਿੱਚ ਆਈ। ਪਹਿਲੀ ਗੱਲ ਤਾਂ ਮੈਂ ਕੋਰਸ ਉਹ ਚੁਣਿਆ, ਤਾਂ ਉਹ ਕੋਰਸ ਚੁਣ ਕੇ ਮੈਂ ਪੜ੍ਹਾਈ ਕੀਤੀ, ਬਹੁਤ ਮਿਹਨਤ ਕੀਤੀ, ਅਤੇ ਰਜਿਸਟ੍ਰੇਸ਼ਨ ਵਗੈਰਾ ਲੈ ਕੇ ਅੱਜ ਮੇਰੇ ਕੋਲ 3 ਸਟੇਟਸ ਦੀ ਰਜਿਸਟ੍ਰੇਸ਼ਨ ਆ। ਮੈਂ ਸਾਊਥ ਆਸਟ੍ਰੇਲੀਆ 'ਚ ਪੜ੍ਹਾ ਸਕਦੀ ਹਾਂ, ਨਿਊ ਸਾਊਥ ਵੇਲਸ 'ਚ ਪੜ੍ਹਾ ਸਕਦੀ ਹਾਂ, ਵਿਕਟੋਰੀਆ 'ਚ ਪੜ੍ਹਾ ਸਕਦੀ ਹਾਂ। ਤਾਂ ਜੇ ਮਿਹਨਤ ਕਰਦੇ ਹਾਂ ਤਾਂ ਮੁੱਲ ਮਿਲਦਾ ਇੱਥੇ ਹੁੰਦਾ। ਤਾਂ ਸੋ ਪਿਆਰੇ ਦਰਸ਼ਕੋ, ਮਿਹਨਤ ਰੰਗ ਲਿਆਉਂਦੀ ਹੈ।
ਸੋ ਬੜਾ ਵਧੀਆ ਇਹਨਾਂ ਨੇ ਦੱਸਿਆ ਹੈ ਕਿ ਜਿਹੜੇ ਪੀਆਰ ਲਈ ਸਿਰਫ ਉਹ ਚਾਹੁੰਦੇ ਆ ਕਿ ਅਸੀਂ ਪੀਆਰ ਹੀ ਕਰੀਏ, ਤੇ ਉਹ ਪੀਆਰ ਤੱਕ ਹੀ ਸੀਮਤ ਰਹਿੰਦੇ ਆ, ਮੁੜ ਕੇ ਆਪਣੇ ਨਿਸ਼ਾਨੇ ਦੀ ਪੂਰਤੀ ਲਈ ਨਹੀਂ ਪਹੁੰਚਦੇ। ਤੇ ਜਿਸ ਤਰ੍ਹਾਂ ਤੁਸੀਂ ਇੱਥੇ ਆਏ ਤੇ ਮੁੜ ਕੇ ਤੁਹਾਡੇ ਜਿਹੜੇ ਪਤੀ ਸੀਗੇ ਉਹ ਵੀ ਤੁਹਾਡੇ ਨਾਲ ਆ ਗਏ, ਜਾਂ ਉਹਨਾਂ ਦੀ ਕੀ ਸਟੱਡੀ ਆ ਤੇ ਉਹ ਵੀ ਇੱਥੇ ਕੀ ਕੰਮ ਕਰ ਰਹੇ ਆ? ਹਾਂਜੀ, ਮੇਰੇ ਪਤੀ ਰਾਜਵਿੰਦਰ ਸਿੰਘ ਉਹ ਮੇਰੇ ਨਾਲ ਹੀ ਆਏ ਸੀ। ਈਵਨ ਸਾਡਾ ਬੇਟਾ ਸੀ 5 ਸਾਲ ਦਾ, ਉਹ ਵੀ ਨਾਲ ਆਇਆ, ਉਹ ਵੀ ਆਉਂਦਾ ਹੀ ਇੱਥੇ ਇੰਟਰਨੈਸ਼ਨਲ ਸਟੂਡੈਂਟ ਹੋਇਆ। ਤਾਂ ਮੇਰੇ ਹਸਬੈਂਡ ਜਿਹੜੇ ਪਹਿਲਾਂ ਇੰਡੀਆ ਦੇ ਵਿੱਚ ਉਹ ਟੀਚਰ ਸੀ ਮੇਰੇ ਨਾਲ, ਉਹ ਪ੍ਰਿੰਸੀਪਲ ਵੀ ਰਹੇ ਇੱਕ ਪ੍ਰਾਈਵੇਟ ਸਕੂਲ ਦੇ। ਇੱਥੇ ਆ ਕੇ ਉਹਨਾਂ ਨੇ ਸਾਨੂੰ ਦੋਵਾਂ ਨੂੰ ਸਪੋਰਟ ਕਰਨ ਵਾਸਤੇ, ਸਾਡੀ ਸਟੱਡੀ ਨੂੰ ਸਪੋਰਟ ਕਰਨ ਵਾਸਤੇ ਥੋੜ੍ਹੀ ਦੇਰ ਟੈਕਸੀ ਚਲਾਈ ਮੈਲਬਨ ਦੇ ਵਿੱਚ। ਤਾਂ ਜਦੋਂ ਹੀ ਮੇਰੀ ਸਟੱਡੀ ਕੰਪਲੀਟ ਹੋਈ, ਨਾਲ ਦੀ ਨਾਲ ਉਹ ਕੋਸ਼ਿਸ਼ ਕਰ ਰਹੇ ਸੀ ਕਿ ਉਹਨਾਂ ਨੂੰ ਰਜਿਸਟ੍ਰੇਸ਼ਨ ਮਿਲ ਜਾਵੇ। ਉਹਦੇ ਲਈ ਆਈਲੈਟਸ ਦਾ ਟੈਸਟ ਜ਼ਰੂਰੀ ਸੀ। ਤਾਂ ਟੈਕਸੀ ਚਲਾਉਂਦਿਆਂ ਉਹਨਾਂ ਨੇ ਆਈਲੈਟਸ ਦਾ ਟੈਸਟ ਕਲੀਅਰ ਕੀਤਾ, ਉਹਨਾਂ ਨੇ ਮੇਰੇ ਨਾਲ ਹੀ ਰਜਿਸਟ੍ਰੇਸ਼ਨ ਲੈ ਲਈ। ਤਾਂ ਮੈਲਬਨ ਉਹਨਾਂ ਨੇ ਥੋੜ੍ਹੀ ਦੇਰ ਪੜ੍ਹਾਇਆ। ਜਦੋਂ ਅਸੀਂ ਆਪਦੇ ਵੀਜ਼ਾ ਕੰਡੀਸ਼ਨ ਸੀ ਸਾਡੀ, ਤਾਂ ਸਾਨੂੰ ਮੈਲਬਨ ਤੋਂ ਔਲਬਰੀ ਮੂਵ ਹੋਣਾ ਪਿਆ। ਜਦੋਂ ਅਸੀਂ ਔਲਬਰੀ ਆਏ ਤਾਂ ਇੱਥੇ ਆ ਕੇ ਇੱਕਦਮ ਟੀਚਿੰਗ ਜੋਬ 'ਚ ਜਾਣਾ ਸਾਡਾ ਦੋਨਾਂ ਲਈ ਔਖਾ ਸੀਗਾ। ਤਾਂ ਫਿਰ ਉਹਨਾਂ ਨੇ ਮੈਨੂੰ ਸਪੋਰਟ ਕੀਤੀ ਅਗੇਨ ਕਿ ਤੂੰ ਇਸ ਜੋਬ 'ਚ ਜਾ। ਤਾਂ ਉਹਨਾਂ ਨੇ ਆਪਦੇ ਵਾਸਤੇ ਹੋਰ ਜੋਬ ਚੁਣੀ, ਤੇ ਉਹ ਇੱਕ ਲੋਕਲ ਡੇਅਰੀ ਹੈ ਇੱਥੇ, ਉਹਦੇ ਵਿੱਚ ਪ੍ਰੋਡਕਸ਼ਨ ਪਲੈਨਰ ਦਾ ਕੰਮ ਕਰ ਰਹੇ ਆ। ਸੋ ਪਿਆਰੇ ਦਰਸ਼ਕੋ, ਵਿਦਿਆ ਵਿਚਾਰੀ ਤਾਂ ਪਰਉਪਕਾਰੀ ਜਿਹੜੀ ਪੜ੍ਹਾਈ ਆ ਉਹ ਤੀਸਰੀ ਆ ਕੇ ਇਨਸਾਨ ਦੀ। ਵੇਖੋ ਤੁਹਾਡੇ ਸਾਹਮਣੇ ਬੈਠਿਆ ਕਿ ਕਿੰਨੀ ਮਿਹਨਤ ਜਿਹੜੀ ਆ ਕੀਤੀ ਆ ਇਹਨਾਂ ਨੇ, ਤੇ ਮਿਹਨਤ ਜਿਹੜੀ ਆ ਉਹ ਰੰਗ ਲਿਆਉਂਦੀ ਆ। ਤੇ ਇੱਥੇ ਜਿਹੜਾ ਇਹ ਸਰਕਾਰੀ ਸਕੂਲ ਦੇ ਵਿੱਚ ਆ, ਤੁਸੀਂ ਕਿਹੜੀ ਕਲਾਸ ਨੂੰ ਤੁਸੀਂ ਜਿਹੜੀ ਆ ਉਹ ਪੜ੍ਹਾ ਰਹੇ ਜਿਹੜੀ ਸਰਕਾਰੀ ਤੌਰ ਦੇ ਉੱਤੇ, ਤੇ ਕਦੋਂ ਸਰਕਾਰੀ ਡਿਊਟੀ ਤੁਹਾਨੂੰ ਜੁਆਇਨ ਕੀਤੀ? ਮੈਂ 2010 ਦੇ ਵਿੱਚ ਮੇਰੀ ਮਾਸਟਰ ਆਫ ਟੀਚਿੰਗ ਖਤਮ ਹੋਈ ਸੀ ਇੱਥੇ, ਅਤੇ ਮੈਂ 2011 ਤੋਂ ਪੜ੍ਹਾਉਣਾ ਸ਼ੁਰੂ ਕੀਤਾ। ਪਹਿਲਾਂ ਮੈਂ ਕੈਜੂਅਲ ਕੰਮ ਕਰਦੀ ਸੀ, ਅਲੱਗ-ਅਲੱਗ ਸਕੂਲਾਂ ਵਿੱਚ ਮੈਂ ਇੱਥੇ ਕੰਮ ਕੀਤਾ। ਤਾਂ ਹੁਣ ਮੈਂ ਜਿਹੜੀ ਮੇਰੀ ਜੋਬ ਆ ਉਹ ਪਿਛਲੇ 4 ਸਾਲ ਤੋਂ ਮੈਂ ਮੇਰੀ ਪਾਰਟ ਟਾਈਮ ਜਿਹੜੀ ਜੋਬ ਹੈਗੀ ਆ ਟੀਚਿੰਗ ਦੀ, ਉਹ ਪ੍ਰਾਇਮਰੀ ਸਕੂਲ ਦੇ ਵਿੱਚ ਆ। ਅਤੇ ਹਰ ਸਾਲ ਕਲਾਸ ਚੇਂਜ ਹੋ ਜਾਂਦੀ ਉਹਦੇ ਨਾਲ ਕਿ ਤੁਸੀਂ ਕਿਹੜੀ ਕਲਾਸ ਨੂੰ ਪੜ੍ਹਾਉਣਾ ਆ। ਇਸ ਸਾਲ ਮੈਂ ਜਿਹੜਾ ਆ ਉਹ ਕਿੰਡਰ ਨੂੰ ਪੜ੍ਹਾ ਰਹੀ ਹਾਂ ਨਿਊ ਸਾਊਥ ਵੇਲਸ ਦੇ ਵਿੱਚ। ਅਤੇ ਇਸ ਦੇ ਨਾਲ ਹੀ ਕੀ ਆ ਕਿ ਜਿਹੜਾ ਮੈਂ ਕੈਥੋਲਿਕ ਸਕੂਲ ਦੇ ਵਿੱਚ ਵੀ ਪੜ੍ਹਾ ਰਹੀ ਹਾਂ। ਅਤੇ ਇਹਨਾਂ ਦਾ ਜਿਹੜਾ ਤੁਸੀਂ ਦੱਸਿਆ ਵਾ ਕਿ ਇੱਕ ਟੀਚਰ ਨੂੰ ਜਿੱਦਾਂ ਇੱਕ +10+2 ਨੂੰ ਪੜ੍ਹਾ ਰਿਹਾ, ਇੱਕ ਮਿਡਲ ਨੂੰ ਪੜ੍ਹਾ ਰਿਹਾ, ਇੱਕ ਪ੍ਰਾਇਮਰੀ ਨੂੰ ਪੜ੍ਹਾ ਰਿਹਾ, ਇਹ ਜਿਹੜੇ ਸਰਕਾਰੀ ਜਿਹੜੇ ਟੀਚਰ ਆ ਇਹਨਾਂ ਦੀ ਤਨਖਾਹ 'ਚ ਕਿੰਨਾ ਕੁ ਫਰਕ ਆ? ਮੇਰਾ ਕਹਿਣ ਦਾ ਮਤਲਬ ਜਿਹੜਾ ਹਾਈ ਕਲਾਸ ਨੂੰ ਪੜ੍ਹਾਉਂਦਾ ਉਹਦੀ ਜ਼ਿਆਦਾ ਤਨਖਾਹ, ਜਿਹੜਾ ਮਿਡਲ ਨੂੰ ਪੜ੍ਹਾਉਂਦਾ ਉਹਦੀ ਘੱਟ, ਜਿਹੜਾ ਹੋਰ ਪ੍ਰਾਇਮਰੀ ਨੂੰ ਘੱਟ। ਇਹਨਾਂ ਦਾ ਕੀ ਸਿਸਟਮ ਹੈ? ਕਿਉਂਕਿ ਦਰਸ਼ਕਾਂ ਨੂੰ ਦੱਸਣਾ ਬੜਾ ਜ਼ਰੂਰੀ ਇੱਥੇ ਦਾ ਆਸਟ੍ਰੇਲੀਆ ਦਾ ਸਿਸਟਮ। ਸਾਡੇ ਇੱਥੇ ਆਸਟ੍ਰੇਲੀਆ ਦੇ ਵਿੱਚ ਹਰ ਸਟੇਟ ਦਾ ਆਪਦਾ ਵੱਖਰਾ ਸਿਸਟਮ ਆ ਸਕੂਲਾਂ ਦਾ, ਅਤੇ ਅਧਿਆਪਕਾਂ ਨੂੰ ਰੱਖਣ ਦਾ ਅਤੇ ਉਹਨਾਂ ਨੂੰ ਪੇ ਕਰਨ ਦਾ। ਜਿਵੇਂ ਇੱਥੇ ਟੀਚਰ ਦੇ ਐਕਸਪੀਰੀਅੰਸ ਦੇ ਹਿਸਾਬ ਨਾਲ ਉਹਨੂੰ ਤਨਖਾਹ ਮਿਲਦੀ ਆ। ਪ੍ਰਾਇਮਰੀ ਅਤੇ ਹਾਈ ਸਕੂਲ ਜਾਂ ਸੈਕੰਡਰੀ ਸਕੂਲ ਦੇ ਟੀਚਰ ਦੀ ਤਨਖਾਹ 'ਚ ਕੋਈ ਫਰਕ ਨਹੀਂ ਗਾ। ਜਦੋਂ ਨਵਾਂ ਟੀਚਰ ਸ਼ੁਰੂ ਕਰਦਾ ਆ ਕੋਈ ਵੀ ਆਪਦੀ ਪੜ੍ਹਾਈ, ਤਾਂ ਉਹ ਪ੍ਰੋਵੀਜ਼ਨਲ ਟੀਚਰ ਹੁੰਦਾ ਆ। ਉਹਨੂੰ 5 ਸਾਲ ਦਾ ਪੀਰੀਅਡ ਦਿੰਦੇ ਆ ਕਿ ਤੂੰ ਆਪਦੇ ਆਪ ਨੂੰ ਪ੍ਰੋਫੀਸ਼ੀਐਂਟ ਟੀਚਰ ਦੇ ਲੈਵਲ ਤੱਕ ਲੈ ਕੇ ਜਾਣਾ। ਤਾਂ ਉਹਦੇ ਲਈ ਤੂੰ ਇੰਨਾ ਘੰਟੇ ਤੈਨੂੰ ਪ੍ਰੋਫੈਸ਼ਨਲ ਡਿਵੈਲਪਮੈਂਟ ਦੇ ਲਾਉਣੇ ਪੈਣਗੇ, ਇੰਨੇ ਸਾਲ ਤੈਨੂੰ ਪੜ੍ਹਾਉਣਾ ਪਊਗਾ, ਤੇਰਾ ਇੱਕ ਮੈਂਟਰ ਟੀਚਰ ਹੋਊਗਾ, ਉਹਦੇ ਤੋਂ ਤੂੰ ਸੇਧ ਲੈਣੀ ਆ। ਅਤੇ ਉਸ ਤੋਂ ਬਾਅਦ ਉਹਨੂੰ ਉਹਦੇ ਸਾਰੇ ਪੇਪਰ ਸਬਮਿਟ ਕਰਾਉਣੇ ਪੈਂਦੇ ਡਿਪਾਰਟਮੈਂਟ ਨੂੰ। ਫਿਰ ਉਹਨੂੰ ਉਹ ਪ੍ਰੋਫੀਸ਼ੀਐਂਟ ਟੀਚਰ ਦਾ ਲੈਵਲ ਦਿੰਦੇ, ਜਿਹਦੇ ਨਾਲ ਉਹਦੀ ਪੇ ਦੇ ਵਿੱਚ ਵਾਧਾ ਹੁੰਦਾ। ਇਵੇਂ ਪ੍ਰੋਫੀਸ਼ੀਐਂਟ ਟੀਚਰ ਜਿਹੜਾ ਉਹਨੂੰ 5 ਸਾਲ ਦਾ ਟਾਈਮ ਮਿਲਦਾ ਆ। ਉਹ ਸਾਰੇ ਆਪਦੇ ਜੋ ਵੀ ਉਹਦਾ ਪੇਪਰ ਵਰਕ ਜਦੋਂ ਉਸ ਨੂੰ ਜਮ੍ਹਾਂ ਕਰਾਉਂਦਾ ਤਾਂ ਉਸ ਨੂੰ ਲੀਡਿੰਗ ਟੀਚਰ ਦਾ ਮਿਲਦਾ ਆ। ਤਾਂ ਇਸ ਤਰ੍ਹਾਂ ਅੱਗੇ ਲੈਵਲ ਆ, ਉਹਨੂੰ ਲੈਵਲ ਦੇ ਹਿਸਾਬ ਨਾਲ ਤਨਖਾਹ ਮਿਲਣੀ ਆ, ਨਾ ਕਿ ਇਹ ਕਿ ਉਹ ਕਿਹੜੇ ਸਕੂਲ ਨੂੰ ਪੜ੍ਹਾਉਂਦਾ ਜਾਂ ਕਿਹੜੇ ਬੱਚਿਆਂ ਨੂੰ ਪੜ੍ਹਾਉਂਦਾ ਆ। ਥੋੜ੍ਹਾ ਫਰਕ ਹੈਗਾ ਆ ਸਰਕਾਰੀ ਸਕੂਲ, ਕੈਥੋਲਿਕ ਸਕੂਲ ਅਤੇ ਪਬਲਿਕ ਸਕੂਲ ਦੀ ਤਨਖਾਹ ਦੇ ਵਿੱਚ, ਪਰ ਲੈਵਲ ਜਿਹੜਾ ਡਿਪਾਰਟਮੈਂਟ ਵੱਲੋਂ ਜਿਹੜਾ ਲੈਵਲ ਤੈਅ ਕੀਤਾ ਜਾਂਦਾ ਉਹਦੇ ਮੁਤਾਬਕ ਹੀ ਤਨਖਾਹ ਮਿਲਦੀ ਆ। ਸੋ ਤੁਸੀਂ ਹੁਣ ਪ੍ਰੋਫੈਸ਼ਨਲ ਹੋ ਗਿਆ, ਤੁਹਾਡਾ ਕਹਿਣ ਦਾ 5 ਸਾਲ ਦਾ ਪੀਰੀਅਡ ਪੂਰਾ ਹੋ ਗਿਆ? ਹਾਂਜੀ, ਹੁਣ ਮੈਂ ਪ੍ਰੋਫੀਸ਼ੀਐਂਟ ਟੀਚਰ ਦੀ ਲੈਵਲ 'ਤੇ ਹਾਂ। ਵਾਹ ਜੀ ਵਾਹ। ਅਤੇ ਆਪਾਂ ਗੱਲ ਕਰੀਏ ਕਿ ਜਿੱਥੇ ਤੁਸੀਂ ਸਰਕਾਰੀ ਸਕੂਲ ਦੇ ਵਿੱਚ ਪੜ੍ਹਾ ਰਹੇ ਜੇ, ਆਮ ਜਿਹੜਾ ਇੱਥੇ ਦਾ ਅਕੋਰਡਿੰਗ ਟੂ ਲਾਅ ਜਿਹੜੇ ਇਹਨਾਂ ਦੇ ਸਬਜੈਕਟ ਪੜ੍ਹਾ ਰਹੇ, ਅਤੇ ਪੰਜਾਬੀ ਦੇ ਵਿੱਚ ਇਹ ਤੁਹਾਡਾ ਕਿੱਦਾਂ, ਇਹ ਤੁਹਾਡੇ ਤੋਂ ਪਹਿਲਾਂ ਵੀ ਕੋਈ ਸਕੂਲਾਂ ਦੇ ਵਿੱਚ ਪੰਜਾਬੀ ਪੜ੍ਹਾਉਂਦਾ ਸੀ, ਜਾਂ ਕਿੱਦਾਂ ਮਨ 'ਚ ਤੁਸੀਂ ਵਿਚਾਰ ਆਇਆ ਕਿ ਪੰਜਾਬੀ ਪੜ੍ਹਾਈਏ? ਜਦੋਂ ਅਸੀਂ ਇੱਥੇ ਆਏ ਸੀਗੇ ਔਲਬਰੀ ਦੇ ਵਿੱਚ, ਤਾਂ ਮੇਰਾ ਬੇਟਾ ਉਦੋਂ 7 ਕੁ ਸਾਲ ਦਾ ਸੀ।
ਤਾਂ ਅਸੀਂ ਉਹਨੂੰ ਘਰੇ ਪੰਜਾਬੀ ਪੜ੍ਹਾਉਣੀ ਸ਼ੁਰੂ ਕੀਤੀ ਸੀ ਅਤੇ ਉਹਦਾ ਕੋਈ ਇੰਟਰਸਟ ਨਹੀਂ ਸੀ ਬਣ ਰਿਹਾ ਕਿ ਉਹ ਕਹਿੰਦਾ ਸੀ ਮੈਂ ਕਿਉਂ ਸਿੱਖਾਂ ਪੰਜਾਬੀ। ਤਾਂ ਮੈਂ ਹੋਰ ਪੰਜਾਬੀ ਪਰਿਵਾਰਾਂ ਨਾਲ ਗੱਲ ਕੀਤੀ, ਉਹਨਾਂ ਦੇ ਬੱਚਿਆਂ ਨੂੰ ਇਕੱਠਾ ਕੀਤਾ ਅਤੇ ਮੈਂ ਘਰ ਦੇ ਘਰੇ ਕਲਾਸ ਲਾਉਣੀ ਸ਼ੁਰੂ ਕਰ ਦਿੱਤੀ। ਤਾਂ ਫਿਰ ਮੇਰੇ ਬੱਚੇ ਨੂੰ ਲੱਗਣ ਲੱਗਾ ਕਿ ਹੋਰ ਵੀ ਸਿੱਖਦੇ ਆ, ਕੋਈ ਮੈਨੂੰ ਸਿੱਖਣਾ ਚਾਹੀਦਾ। ਮੈਂ 3 ਸਾਲ ਆਪਦੇ ਘਰ ਕਲਾਸ ਲਾਈ। ਉਸ ਤੋਂ ਬਾਅਦ ਇੱਥੇ ਗੁਰਦੁਆਰਾ ਸਾਹਿਬ ਦੀ ਸਥਾਪਨਾ ਹੋਈ। 1 ਸਾਲ ਮੈਂ ਗੁਰਦੁਆਰਾ ਸਾਹਿਬ ਦੇ ਵਿੱਚ ਕਲਾਸ ਲਾਈ ਪੰਜਾਬੀ। ਤਾਂ ਫਿਰ ਸਾਨੂੰ ਪਤਾ ਲੱਗਾ ਕਿ ਵਿਕਟੋਰੀਆ ਦਾ ਜਿਹੜੀ ਨਾਲ ਦੀ ਸਾਡੀ ਸਟੇਟ ਆ, ਉੱਥੇ ਐਜੂਕੇਸ਼ਨ ਡਿਪਾਰਟਮੈਂਟ ਵੱਲੋਂ ਵਿਕਟੋਰੀਅਨ ਸਕੂਲ ਆਫ ਲੈਂਗੁਏਜਿਸ ਚਲਾਇਆ ਜਾਂਦਾ, ਜਿਹਦੇ ਵਿੱਚ ਉਹ 37 ਭਾਸ਼ਾਵਾਂ ਪੜ੍ਹਾਉਂਦੇ ਆ। ਤਾਂ ਅਸੀਂ ਉੱਥੇ ਅਪਲਾਈ ਕੀਤਾ, ਬੱਚਿਆਂ ਦੀ ਗਿਣਤੀ ਵਗੈਰਾ ਉਹਨਾਂ ਨੂੰ ਭੇਜੀ ਕਿ ਸਾਡੇ ਕੋਲ ਇੰਨੇ ਬੱਚੇ ਹੈਗੇ ਆ, ਅਤੇ ਉਹਨਾਂ ਨੇ ਸਾਨੂੰ ਕਲਾਸ ਦਿੱਤੀ। ਉਹਦਾ ਸਿਸਟਮ ਇਹ ਆ ਕਿ ਉਹ ਕਿਸੇ ਵੀ ਸਰਕਾਰੀ ਸਕੂਲ ਦੇ ਵਿੱਚ ਸਕੂਲ ਦਾ ਜਿਹੜੀ ਬਿਲਡਿੰਗ ਆ ਉਹਨੂੰ ਉਹ ਕਿਰਾਏ 'ਤੇ ਲੈਂਦੇ ਆ, ਅਤੇ ਉੱਥੇ ਜਿਹੜੀਆਂ ਆ ਉਹ ਅਲੱਗ-ਅਲੱਗ ਭਾਸ਼ਾਵਾਂ ਜਿਹੜੀਆਂ ਸਕੂਲਾਂ 'ਚ ਆਮ ਤੌਰ 'ਤੇ ਨਹੀਂ ਐਜ਼ ਏ ਸੈਕਿੰਡ ਲੈਂਗੁਏਜ ਪੜ੍ਹਾਈਆਂ ਜਾਂਦੀਆਂ, ਉਹਨਾਂ ਨੂੰ ਬੱਚਿਆਂ ਨੂੰ ਉਹਨਾਂ ਦੀ ਜਿਹੜੀ ਵੀ ਉਸ ਕਮਿਊਨਿਟੀ ਦੇ ਨਾਲ ਸੰਬੰਧਿਤ ਬੱਚੇ ਆ ਉਹ ਪੜ੍ਹਨਾ ਚਾਹੁੰਦੇ ਆ, ਉਹਨਾਂ ਦੀ ਭਾਸ਼ਾ ਪੜ੍ਹਨ ਦਾ ਮੌਕਾ ਦਿੱਤਾ ਜਾਂਦਾ ਆ। ਤਾਂ ਅਸੀਂ ਉਹਦੇ ਲਈ ਅਪਲਾਈ ਕੀਤਾ। 2014 ਤੋਂ ਸਾਨੂੰ ਕਲਾਸ ਮਿਲੀ ਆ, ਅਤੇ ਉਦੋਂ ਤੋਂ ਮੈਂ ਪੰਜਾਬੀ ਉੱਥੇ ਬੱਚਿਆਂ ਨੂੰ ਪੜ੍ਹਾ ਰਹੀ ਹਾਂ। ਸਾਡੀ ਇਹ ਕਲਾਸ ਜਿਹੜੀ ਆ ਸਕੂਲ ਤੋਂ ਬਾਅਦ, ਮੇਨ ਸਕੂਲ ਤੋਂ ਬਾਅਦ ਸ਼ਾਮ ਨੂੰ ਮੰਗਲਵਾਰ ਲੱਗਦੀ ਇੱਥੇ ਔਲਬਰੀ ਦੇ ਵਿੱਚ। ਤੇ ਹਰਪ੍ਰੀਤ ਕੌਰ ਜੀ, ਕਿੰਨੇ ਕੁ ਬੱਚੇ ਜਿਹੜੇ ਆ ਪੰਜਾਬੀ ਪੜ੍ਹ ਰਹੇ ਇੱਥੇ? ਕਲਾਸ ਸ਼ੁਰੂ 20 ਬੱਚਿਆਂ ਤੋਂ ਹੋਈ ਸੀ। ਉਸ ਤੋਂ ਬਾਅਦ ਇੱਕ ਟਾਈਮ ਇਹੋ ਜਿਹਾ ਵੀ ਆਇਆ ਕਿ ਸਿਰਫ 6 ਬੱਚੇ ਰਹਿ ਗਏ, ਪਰ ਇਸ ਸਾਲ ਫਿਰ ਮੇਰੇ ਕੋਲ 14 ਬੱਚੇ ਆ ਜਿਹੜੇ ਪੰਜਾਬੀ ਪੜ੍ਹ ਰਹੇ ਆ। ਤੇ ਤੁਹਾਡਾ ਪੰਜਾਬੀ ਦੇ ਵਿੱਚ ਬੜਾ ਯੋਗਦਾਨ ਆ, ਪੰਜਾਬੀ ਸਿਖਾਉਣ ਦੇ ਵਿੱਚ ਬੱਚਿਆਂ ਨੂੰ, ਇਹ ਵੀ ਇੱਕ ਸੇਵਾ। ਤੇ ਇਹ ਆਪਾਂ ਚੱਲੀਏ ਕਿ ਆਹ ਜਿਹੜੀ ਆ ਆਪਣਾ ਨਿਊਜ਼ਪੇਪਰ ਆ, ਇਹਦੇ ਵਿੱਚ ਵੀ ਤੁਹਾਡਾ ਨਾਮ ਲਿਖਿਆ ਹਰਪ੍ਰੀਤ ਕੌਰ ਜੀ ਜਿਹੜੇ ਆ, ਇਹ ਸਾਰਾ ਆ ਜਿਹੜਾ ਚੈਪਟਰ ਹੀ ਤੁਹਾਡਾ ਲਿਖਿਆ, ਇਹਦੇ ਬਾਰੇ ਥੋੜ੍ਹਾ ਜਿਹਾ ਇੱਕ ਅੱਧੇ ਮਿੰਟ 'ਚ ਐਕਸਪਲੇਨ ਕਰੋ। ਇਹ ਹਰ ਹਫ਼ਤੇ ਜਾਂ ਹਰ ਡੇਲੀ ਆਉਂਦਾ ਹੈ? ਹਾਂਜੀ, ਇਹ ਪੰਜਾਬੀ ਅਖਬਾਰ ਆ। ਇਹ ਨਾਮ ਹੀ ਇਹਦਾ ਪੰਜਾਬੀ ਅਖਬਾਰ ਆ। ਇਹ ਐਡੀਲੇਡ ਤੋਂ ਛਪਦਾ ਆ। ਮਿੰਟੂ ਬਰਾੜ ਜੀ ਇਹਦੇ ਸੰਪਾਦਕ ਆ। ਅਤੇ ਮੈਂ ਇਹਦੇ ਵਿੱਚ ਇੱਕ ਬਾਲ ਪੰਨਾ ਸ਼ੁਰੂ ਕੀਤਾ ਆ ਇਸ ਸਾਲ, ਪਿਛਲੇ ਸਾਲ ਅਕਤੂਬਰ ਤੋਂ ਸ਼ੁਰੂ ਹੋਇਆ ਆ ਇਹ ਬਾਲ ਪੰਨਾ। ਇਹਦੇ ਵਿੱਚ ਬੱਚਿਆਂ ਵਾਸਤੇ ਪੰਜਾਬੀ ਵਰਨਮਾਲਾ ਆ, ਬਹੁਤ ਖੂਬਸੂਰਤ ਬਣਾਇਆ ਹੋਇਆ ਚਾਰਟ। ਉਸ ਦੇ ਨਾਲ ਹੀ ਉਹਨਾਂ ਨੂੰ ਲਿਖਣ ਵਾਸਤੇ ਦਿੱਤਾ ਹੋਇਆ ਆਊਟਲਾਈਨ ਪੰਜਾਬੀ ਦੀ, ਵਰਨਮਾਲਾ ਦੀ। ਉਸ ਤੋਂ ਬਿਨਾਂ ਕੁਛ ਐਕਟੀਵਿਟੀਜ਼ ਹੁੰਦੀਆਂ ਆ, ਜੇ ਬੱਚਿਆਂ ਨੇ ਇੱਕ ਵਰਡ ਸਰਚ ਹੋ ਗਈ ਜਾਂ ਕੋਈ ਬੁਝਾਰਤਾਂ ਪਾਈਆਂ ਹੋਈਆਂ ਆ, ਅਤੇ ਇਸ ਦੇ ਨਾਲ ਬੱਚਿਆਂ ਨੂੰ ਜਿਵੇਂ ਇਸ ਵਾਰੀ ਸੀਗਾ ਕੁਛ ਨਾ ਕੁਛ ਪੁੱਛ ਲੈਂਦੀ ਆ ਮੈਂ, ਨਵਾਂ ਸਾਲ ਕਿਵੇਂ ਮਨਾਇਆ, ਤਾਂ ਬੱਚੇ ਜੇ ਉਹਦਾ ਫਿਰ ਸਾਨੂੰ ਈਮੇਲ ਦੇ ਵਿੱਚ ਜਵਾਬ ਦਿੰਦੇ ਆ, ਅਤੇ ਅਗਲੀ ਵਾਰ ਉਹ ਚੀਜ਼ ਅਖਬਾਰ ਦੇ ਵਿੱਚ ਛਪਦੀ ਆ। ਤਾਂ ਮੈਂ ਇਹ ਪੂਰਾ ਪੰਨਾ ਜਿਹੜਾ ਆ ਬਾਲ ਪੰਨਾ ਪੰਜਾਬੀ ਅਖਬਾਰ ਵਾਸਤੇ ਇਹਦੀ ਜਿਹੜੀ ਰਚਨਾ ਕਰਦੀ ਹਾਂ। ਤੇ ਹਰਪ੍ਰੀਤ ਕੌਰ ਜੀ ਇਹ ਵੀ ਬੜੀ ਸੇਵਾ ਕਰ ਰਹੇ। ਤੇ ਆਹ ਜਿਹੜੀਆਂ ਆਪਣੇ ਗਾੜੀ 2 ਬੁੱਕਾਂ ਪਈਆਂ ਵਾ, ਵਿਰਾਸਤੀ ਬੋਰਡ ਤੇ ਉੱਡਣ ਪਰੀਆਂ, ਇਹ 'ਤੇ ਵੀ ਤੁਹਾਡਾ ਨਾਮ ਲਿਖਿਆ, ਇਹਦੇ ਰਾਈਟਰ ਆ ਹਰਪ੍ਰੀਤ ਕੌਰ ਜੀ। ਇਹਨਾਂ ਬਾਰੇ ਕੀ ਦੱਸੋ? ਕਿਹੜੀ ਬੁੱਕ ਤੁਸੀਂ ਪਹਿਲਾਂ ਲਿਖੀ ਤੇ ਤੁਹਾਡਾ ਕੀ ਵਿਚਾਰ ਸੀ, ਕੀ ਸੋਚਿਆ, ਕੀ ਤੁਹਾਡੇ ਮਨ ਦੇ ਵਿੱਚ ਸੁਪਨਾ ਸੀ, ਕੀ ਉਹ ਪੂਰਾ ਹੋ ਗਿਆ? ਹਾਂਜੀ, ਜਦੋਂ ਮੈਂ ਆਸਟ੍ਰੇਲੀਆ ਆਈ ਸੀ ਤਾਂ ਮੈਂ ਦੇਖਿਆ, ਕਿਉਂਕਿ ਮੇਰੀ ਪੜ੍ਹਾਈ ਸੀ ਉਹ ਸਕੂਲ ਨਾਲ ਸੰਬੰਧਿਤ ਸੀ, ਅਤੇ ਮੈਂ ਲਾਇਬ੍ਰੇਰੀ 'ਚ ਗਈ, ਮੈਂ ਸਕੂਲਾਂ ਦੀਆਂ ਲਾਇਬ੍ਰੇਰੀ 'ਚ ਗਈ, ਕਾਊਂਸਲ ਦੀ ਲਾਇਬ੍ਰੇਰੀ 'ਚ ਗਈ। ਮੈਂ ਦੇਖਿਆ ਉੱਥੇ ਹਜ਼ਾਰਾਂ ਕਿਤਾਬਾਂ ਪਈਆਂ ਬੱਚਿਆਂ ਵਾਸਤੇ, ਰੰਗ ਬਿਰੰਗੀਆਂ ਕਿਤਾਬਾਂ, ਖਿਡੌਣਿਆਂ ਵਰਗੀਆਂ ਕਿਤਾਬਾਂ, ਅਤੇ ਬੱਚੇ ਇਹਨਾਂ ਨੂੰ ਹੱਸ-ਹੱਸ ਪੜ੍ਹਦੇ ਆ। ਤਾਂ ਉਸ ਟਾਈਮ ਮੈਂ ਸੋਚਿਆ ਕਿ ਸਾਡੇ ਕੋਲ ਕੀ ਆ, ਅਸੀਂ ਆਪਦੇ ਬੱਚਿਆਂ ਨੂੰ ਕੀ ਦਿੱਤਾ, ਜਾਂ ਮੈਨੂੰ ਛੋਟੀ ਹੁੰਦੀ ਨੂੰ ਪੜ੍ਹਨ ਨੂੰ ਕਿਹੋ ਜਿਹੀਆਂ ਕਿਤਾਬਾਂ ਮਿਲੀਆਂ ਸੀਗੀਆਂ। ਤਾਂ ਉਸ ਸਵਾਲ ਨੇ ਮੈਨੂੰ ਬੇਚੈਨ ਕੀਤਾ। ਤਾਂ ਉਹ ਬੇਚੈਨੀ ਬਹੁਤ ਦੇਰ ਤੱਕ ਚੱਲਦੀ ਰਹੀ, ਲਗਭਗ 4-5 ਸਾਲ ਮੈਂ ਉਹਨਾਂ ਕਿਤਾਬਾਂ ਨੂੰ ਪੜ੍ਹਿਆ, ਉਹਨਾਂ 'ਤੇ ਰਿਸਰਚ ਕੀਤੀ। ਤਾਂ ਮੈਨੂੰ ਲੱਗਾ ਕਿ ਨਹੀਂ, ਕੁਛ ਕਰਨਾ ਚਾਹੀਦਾ ਆ ਸਾਡੇ ਬੱਚਿਆਂ ਲਈ, ਉਹਨਾਂ ਨੂੰ ਕਿਤਾਬਾਂ ਮਿਲਣੀਆਂ ਚਾਹੀਦੀਆਂ ਇਸ ਤਰ੍ਹਾਂ ਦੀਆਂ ਪੜ੍ਹਨੀਆਂ। ਤਾਂ ਫਿਰ ਮੈਂ ਕਾਫੀ ਪੜ੍ਹ ਕੇ ਉਹਨਾਂ ਕਿਤਾਬਾਂ ਨੂੰ, ਜਦੋਂ ਮੈਨੂੰ ਲੱਗਾ ਕਿ ਹਾਂ ਠੀਕ ਆ, ਕਿ ਹੁਣ ਮੈਨੂੰ ਉਹਨਾਂ ਕਿਤਾਬਾਂ ਦੀ ਸਮਝ ਆ, ਮੈਨੂੰ ਬੱਚਿਆਂ ਦੇ ਲੈਵਲ ਦੀ ਸਮਝ ਆ ਕਿ ਕਿਹੋ ਜਿਹੀਆਂ ਕਿਤਾਬਾਂ ਉਹਨਾਂ ਨੂੰ ਚੰਗੀਆਂ ਲੱਗਣੀਆਂ, ਤਾਂ ਮੈਂ ਉਦੋਂ ਕਿਤਾਬ ਲਿਖੀ। ਪਹਿਲੀ ਕਿਤਾਬ ਮੇਰੀ ਵਿਰਾਸਤੀ ਬੋਰਡ ਸੀ। ਇਹ ਕਿਹੜੀ ਸੰਨ 'ਚ ਤੁਹਾਨੂੰ ਲਿਖੀ? ਇਹ 2017 'ਚ ਆਈ ਸੀ ਜੀ। ਪਿਆਰੇ ਦਰਸ਼ਕੋ, ਤੁਸੀਂ ਵੇਖ ਰਹੇ ਜੀ ਕਿ ਕਿੱਡੀ ਸੋਹਣੀ, ਕਿੱਡਾ ਤਗੜਾ ਇਹਦੇ ਪੇਜ ਕੱਢਿਓ ਹਰਪ੍ਰੀਤ ਕੌਰ ਜੀ, ਕਿ ਕਿੱਡਾ ਵਧੀਆ ਉਪਰਾਲਾ ਹੈ। ਬੱਚਿਆਂ ਨੂੰ ਕਾਰਟੂਨ ਬਣਾ ਕੇ ਵੇਖੋ, ਸਾਰਾ ਆ ਦੱਸਿਆ ਹੈ ਕਿ ਦਾਦਾ ਜੀ ਜਲਦੀ ਚੱਲੋ, ਮੈਂ ਤਿਆਰ ਹਾਂ, ਜਿਹੜਾ ਇਹ ਸਾਰਾ ਲਿਖਿਆ ਗਿਆ ਹੈ। ਔਰ ਇਹਦੇ ਬਾਰੇ ਤੁਹਾਡਾ ਕੀ ਆ ਜਿਹੜਾ ਨਾਲ ਦੱਸੀ ਲਓ ਇਹ ਹਰ ਇੱਕ? ਹਾਂਜੀ, ਇਹ ਕਿਤਾਬ ਜਿਹੜੀ ਆ ਇਹ ਵਾਤਾਵਰਨ ਸੰਬੰਧੀ ਆ। ਇੱਕ ਬੱਚਾ ਆ ਜੋ ਇੱਕ ਬਹੁਤ
ਵੈਲ ਐਜੂਕੇਟਡ ਫੈਮਿਲੀ ਨਾਲ ਰਿਲੇਟਡ ਆ, ਉਹ ਕਿਤੇ ਦੱਸਿਆ ਨਹੀਂ ਗਿਆ ਸਿਰਫ ਦਾਦਾ ਜੀ ਅਖਬਾਰ ਪੜ੍ਹ ਰਹੇ ਆ, ਤਸਵੀਰਾਂ ਦੱਸ ਰਹੀਆਂ ਆ ਕਿਤਾਬ ਦੇ ਵਿੱਚ, ਬਹੁਤ ਕੁਛ, ਅੱਖਰ ਘੱਟ ਆ ਤਸਵੀਰਾਂ ਜ਼ਿਆਦੀਆਂ, ਕਿ ਦਾਦਾ ਜੀ ਅਖਬਾਰ ਪੜ੍ਹ ਰਹੇ। ਇਟ ਮੀਨਸ ਕਿ ਦਾਦਾ ਜੀ ਤੋਂ ਅੱਗੇ ਸਾਰਾ ਗਿਆਨ ਬੱਚੇ ਤੱਕ ਜਾਇਆ ਗਿਆ ਆ। ਤੇ ਬੱਚਾ ਪਿੰਡ ਦੀ ਸੱਥ ਦੇ ਵਿੱਚ ਲੱਗਾ ਹੋਇਆ ਬੋਹੜ ਦਾ ਰੁੱਖ, ਜਿਹਨੂੰ ਇੱਕ ਵੱਡੀ ਕੰਪਨੀ ਵਾਲਾ ਉਹ ਜਗ੍ਹਾ ਖਰੀਦ ਕੇ ਉੱਥੇ ਇੱਕ ਨਵਾਂ ਪਾਰਕ ਬਣਾਉਣਾ ਚਾਹੁੰਦਾ ਆ। ਉਹ ਪਾਰਕ ਦੇ ਵਿੱਚ ਸਾਰਾ ਕੁਛ ਆਰਟੀਫਿਸ਼ਲ ਹੋਊਗਾ, ਉਹ ਦੱਸ ਰਿਹਾ ਆ। ਤਾਂ ਫਿਰ ਬੱਚਾ ਉਹਨੂੰ ਕਿਵੇਂ ਕੰਪੇਅਰ ਕਰਦਾ ਆ ਤੇ ਆਦੀ ਪਿੰਡ ਦੇ ਸਭ ਲੋਕਾਂ ਨੂੰ ਸਮਝਾਉਂਦਾ ਆ। ਵੇਖੋ ਪਿੰਡ ਦੇ ਲੋਕ ਇਕੱਠੇ ਕੀਤੇ। ਹਾਂਜੀ, ਤਾਂ ਉਸ ਦੇ ਵਿੱਚ ਸਭ ਤੋਂ ਵਧੀਆ ਆ ਥੀਮ ਪੇਜ ਆ, ਜਿਹਦੇ ਵਿੱਚ ਬੱਚਾ ਉਹਨਾਂ ਨੂੰ ਦੱਸਦਾ ਆ ਕਿ ਆਕਸੀਜਨ ਮੁੱਲ ਵਿਕੂਗੀ। ਸਭ ਨੇ ਸਿਲੰਡਰ ਪਾਏ ਹੋਏ ਆ, ਟੈਕਸੀ ਦੇ ਉੱਤੇ ਲਿਖਿਆ ਆ ਕਿ ਸਿਲੰਡਰ ਫਿੱਟਡ ਆ ਟੈਕਸੀ ਦੇ ਵਿੱਚ, ਬੱਸ ਦੇ ਉੱਤੇ ਲਿਖਿਆ ਹੋਇਆ ਕਿ ਇੱਥੇ ਆਕਸੀਜਨ ਫ੍ਰੀ ਮਿਲਦੀ ਆ, ਰੈਸਟੋਰੈਂਟ 'ਤੇ ਲਿਖਿਆ ਹੋਇਆ ਕਿ ਸਾਡੇ ਕੋਲੇ ਜਿਵੇਂ ਅੱਜ ਕੱਲ੍ਹ ਤੁਸੀਂ ਦੇਖਦੇ ਆ ਕਿ ਵਾਈਫਾਈ ਫ੍ਰੀ ਆ, ਤਾਂ ਉਹ ਉੱਥੇ ਗਾਂਹ ਭਵਿੱਖ ਵਿੱਚ ਹੋਊਗਾ ਕਿ ਆਕਸੀਜਨ ਫ੍ਰੀ ਆ ਰੈਸਟੋਰੈਂਟ 'ਚ। ਤਾਂ ਉਹ ਸਾਰਾ ਬੱਚਾ ਦੱਸਦਾ ਉਹਨਾਂ ਨੂੰ ਕਿ ਇਹ ਭਵਿੱਖ ਹੋਊਗਾ ਸਾਡਾ ਜੇ ਅਸੀਂ ਨਹੀਂ ਦਰਖਤਾਂ ਨੂੰ ਬਚਾਵਾਂਗੇ, ਵਾਤਾਵਰਨ ਨੂੰ ਨਹੀਂ ਸੰਭਾਲਾਂਗੇ। ਤਾਂ ਫਿਰ ਉਹ ਆਪਦੇ ਜਿਹੜੇ ਉਸਦੀ ਪਿੰਡ ਦੀ ਪੰਚਾਇਤ ਹੁੰਦੀ ਉਹਨਾਂ ਦੇ ਨਾਲ ਰਲ ਕੇ ਆਪਦੇ ਪਿੰਡ ਦੇ ਉਸ ਬੋਰਡ ਨੂੰ ਬਚਾ ਲੈਂਦਾ ਆ। ਇਹ ਕਿਤਾਬ ਹੈ ਜੀ। ਵੇਖੋ ਪਿਆਰੇ ਬੱਚਿਓ ਕਿ ਬੱਚਾ ਪਿੰਡ ਦੀ ਪੰਚਾਇਤ ਨੂੰ ਸਮਝਾ ਰਿਹਾ। ਕੋਈ ਜ਼ਰੂਰੀ ਨਹੀਂ ਕਿ 80 ਸਾਲਾਂ ਦਾ ਬਜ਼ੁਰਗ ਹੀ ਸਿਆਣਾ ਹੋਵੇ, ਬੱਚਾ ਵੀ ਕੇਵਲ ਸਿਆਣਾ ਹੋ ਜਾਂਦਾ। ਹਰਪ੍ਰੀਤ ਕੌਰ ਜੀ ਬੜੀ ਐਗਜ਼ਾਮਪਲ ਦੇ ਕੇ ਤੁਸਾਂ ਜਿਹੜਾ ਇਹ ਦੱਸਿਆ, ਇਹ ਹੀ ਤੁਹਾਡੀ ਪਹਿਲੀ ਕਿਤਾਬ। ਤੇ ਹੁਣ ਆਹ ਜਿਹੜੀ ਤੁਹਾਡੀ ਦੂਸਰੀ ਕਿਤਾਬ ਆ ਉੱਡਣ ਪਰੀਆਂ, ਇਹ ਕਿਹੜੀ ਸੰਨ ਦੇ ਵਿੱਚ ਆਈ ਤੇ ਇਹਦਾ ਕੀ ਟੀਚਾ ਸੀ? ਹਾਂਜੀ, ਇਹ 2018 ਵਿੱਚ ਆਈ। ਤੇ ਇਹ ਕਿਤਾਬ ਜਿਹੜੀ 2 in 1 ਆ। ਇੱਕ ਪਾਸੇ ਉੱਡਣ ਪਰੀਆਂ ਕਿਤਾਬ ਆ, ਜੇ ਇਹਨੂੰ ਉਲਟੀ ਕਰੋ ਤੇ ਜੁਗਤੀ ਭਾਲੂ, 2 ਕਿਤਾਬਾਂ ਇੱਕ ਦੇ ਵਿੱਚ ਆ। ਤੇ ਇਹ ਕਿਤਾਬ ਪਿਛਲੇ ਸਾਲ ਹੀ ਆਈ ਆ। ਤਾਂ ਇਸ ਕਿਤਾਬ ਨੂੰ ਛਾਪਣ, 2 ਪਾਸੇ ਛਾਪਣ ਦਾ ਇੱਕ ਕਾਰਨ ਆ ਕਿ ਜਿਹੜੀ ਬੱਚਿਆਂ ਦੀਆਂ ਕਿਤਾਬਾਂ ਬਾਰੇ ਮੈਂ ਰਿਸਰਚ ਕੀਤੀ, ਉਹਦੇ ਵਿੱਚ ਇਹ ਸੀ ਕਿ ਬੱਚੇ ਨੂੰ ਇੱਕ ਕਹਾਣੀ ਪੜ੍ਹਨ ਦਿਓ ਇੱਕੋ ਸਮੇਂ 'ਤੇ। ਜਦੋਂ ਉਹ ਕਹਾਣੀ ਪੜ੍ਹ ਲਊ, ਉਹਨੂੰ ਸੋਚਣ ਦਿਓ, ਵਿਚਾਰਨ ਦਿਓ, ਉਹਨੂੰ ਆਪਣੀ ਜ਼ਿੰਦਗੀ 'ਚ ਉਤਾਰਨ ਦਾ ਮੌਕਾ ਦਿਓ। ਜਦੋਂ ਉਹ ਬੱਚਾ ਤੁਹਾਨੂੰ ਲੱਗੇ ਕਿ ਹਾਂ ਉਹ ਉਸ ਕਿਤਾਬ ਨੂੰ ਚੰਗੀ ਤਰ੍ਹਾਂ ਸਿੱਖ ਗਿਆ ਤਾਂ ਮਤਲਬ ਇਹ ਆ ਕਿ ਤੁਸੀਂ ਉਹਦੇ ਕਾਰ ਵਿਹਾਰ ਦੇ ਵਿੱਚ ਦੇਖ ਰਹੇ ਆ ਜੋ ਉਸਨੇ ਕਿਤਾਬ ਦੇ ਵਿੱਚ ਪੜ੍ਹਿਆ ਆ, ਉਹ ਉਸ ਭਾਸ਼ਾ ਨੂੰ ਵਰਤ ਰਿਹਾ ਆ। ਉਹ ਉਸ ਕਿਤਾਬ ਦੇ ਵਿੱਚ, ਜੋ ਆਪਾਂ ਪੰਜਾਬੀ ਦੀ ਗੱਲ ਕਰੀਏ, ਬੱਚੇ ਇਹਦੇ ਵਿੱਚੋਂ ਕੁਝ ਫਰੇਜ਼ਿਸ ਚੱਕ ਲੈਣ, ਮੇਰੀ ਕਿਤਾਬ ਦੇ ਵਿੱਚੋਂ ਕੁਝ ਵਾਕ ਚੱਕ ਲੈਣ, ਉਹਨਾਂ ਨੂੰ ਬੋਲਣ। ਤੁਹਾਨੂੰ ਪਤਾ ਲੱਗ ਗਿਆ ਕਿ ਬੱਚੇ ਨੇ ਇਹ ਕੁਝ ਸਿੱਖ ਲਿਆ ਇਸ ਕਿਤਾਬ ਤੋਂ, ਤਾਂ ਉਸਨੂੰ ਨਵੀਂ ਕਿਤਾਬ ਇੰਟਰੋਡਿਊਸ ਕਰੋ। ਤਾਂ ਮੇਰਾ ਇਹਦਾ 2 ਕਿਤਾਬਾਂ ਛਾਪਣ ਦਾ ਮਤਲਬ ਇਹ ਸੀਗਾ ਕਿ ਇੱਕ ਕਿਤਾਬ ਨੂੰ ਪੜ੍ਹੋ, ਰੁਕ ਜਾਓ, ਫਿਰ ਦੂਸਰੀ ਜਿਹੜੀ ਤੁਸੀਂ ਬਾਅਦ 'ਚ ਪੜ੍ਹਨੀ, ਇਸ ਕਰਕੇ ਉਲਟੀ ਛਾਪੀ ਗਈ। ਔਰ ਫਿਰ ਮਹਿਮਾਨ ਆਉਣੇ ਸ਼ੁਰੂ ਹੋ ਗਏ ਹਨ। ਹਰ ਕੋਈ ਬਹੁਤ ਖੁਸ਼ ਸੀ ਤੇ ਮਹਿਮਾਨ ਲਜ਼ੀਜ਼ ਖਾਣੇ ਦਾ ਮਜ਼ਾ ਲੈ ਰਹੇ ਸਨ। ਆ ਵੇਖੋ ਕਿ ਕਿਸ ਤਰ੍ਹਾਂ ਛੋਟੇ ਛੋਟੇ ਆ ਜਿਹੜਾ ਇਹਦਾ ਕੀ ਤੁਹਾਡਾ ਬਣਾਉਣ ਦਾ ਮਕਸਦ ਸੀ? ਹਾਂਜੀ, ਇਹ ਸ਼ਹਿਦ ਦੀਆਂ ਮੱਖੀਆਂ ਬਾਰੇ ਆ। ਉਹਨਾਂ ਦੀ ਪਾਰਟੀ ਚੱਲ ਰਹੀ ਹੈ, ਰਾਣੀ ਦਾ ਜਨਮ ਦਿਨ ਆ, ਤਾਂ ਉਹਨੇ ਸਾਰੇ ਮਹਿਮਾਨ ਸੱਦੇ ਹੋਏ ਆ। ਤਾਂ ਉਹਨਾਂ ਦੀ ਪਾਰਟੀ ਦੇ ਵਿੱਚ ਉਹਨਾਂ ਨੂੰ ਸ਼ਹਿਦ ਪਰੋਸਿਆ ਗਿਆ ਅਲੱਗ-ਅਲੱਗ ਤਰੀਕੇ ਨਾਲ। ਇਹ ਕਹਾਣੀ ਜਿਹੜੀ ਇਹ ਟੀਮ ਵਰਕ ਬਾਰੇ ਆ ਕਿ ਅਸੀਂ ਜਦੋਂ ਇਕੱਠੇ ਰਲ ਕੇ ਕੋਈ ਕੰਮ ਕਰਦੇ ਆ ਤਾਂ ਵੱਡੇ ਤੋਂ ਵੱਡੀ ਮੁਸੀਬਤ ਵੀ ਜਿਹੜੀ ਉਹ ਛੋਟੀ ਹੁੰਦੀ ਆ। ਇਹ ਬੜਾ ਵਧੀਆ ਇਹਨਾਂ ਨੇ ਦੱਸਿਆ ਟੀਮ ਵਰਕ। ਪਿਆਰੇ ਦਰਸ਼ਕੋ, ਸਿੱਖ ਚੈਨਲ ਦੀ ਕਾਮਯਾਬੀ ਕਾਹਦਾ ਕਰਕੇ ਆ? ਸਿੱਖ ਚੈਨਲ ਇੱਕ ਟੀਮ ਵਰਕ ਕਰ ਰਿਹਾ ਵਾ ਇਸ ਵਕਤ। ਸਾਡੀਆਂ ਟੀਮਾਂ ਜਿਹੜੀਆਂ ਇਟਲੀ ਦੇ ਸ਼ਹਿਰ ਦੇ ਵਿੱਚ, ਸੈਂਟਰ ਅਮਰੀਕਾ ਦੇ ਵਿੱਚ, ਦੁਬਈ ਦੇ ਵਿੱਚ ਅਤੇ ਹੋਰ ਪੈਰਿਸ ਦੇ ਵਿੱਚ, ਸਵਿਟਜ਼ਰਲੈਂਡ ਦੇ ਵਿੱਚ ਸਾਰੀਆਂ ਟੀਮ ਵਰਕ ਕਰ ਰਹੀਆਂ। ਟੀਮ ਵਰਕ ਬੜਾ ਜ਼ਰੂਰੀ ਆ। ਬਹੁਤ ਵਧੀਆ ਤੁਸੀਂ ਦੱਸਿਆ। ਤੇ ਇਹ ਸੀਗਾ ਆ ਸਾਰੇ ਕਾਰਟੂਨ ਆ, ਬੜੇ ਵਧੀਆ ਤੁਸੀਂ ਦੱਸੇ ਆ। ਆ ਵੀ ਕਾਰਟੂਨ ਆ। ਤੇ ਇੱਥੇ ਕਰਦਿਆਂ ਆਪਾਂ ਇਹ ਆ ਵੇਖੋ ਹੁਣ ਪੁੱਠੀ ਆ ਗਈ ਆ। ਇਹਦਾ ਮਤਲਬ ਆ ਕਿ ਇਹਨੂੰ ਇੱਧਰੋਂ ਪੜ੍ਹੋ, ਕਿ ਇੱਥੇ ਆਣ ਕੇ ਜਿਹੜਾ ਵਾ ਉਹ ਜਿੰਨੀ ਪੜ੍ਹੀ ਆ, ਪੜ੍ਹੀ ਸੁਣੀ ਕਿ ਸਹਿਜ ਨਾ ਮਿਲੇ ਸੋਈ। ਇਹ ਪੜ੍ਹਾਈ ਜਿਹੜੀ ਆ ਇਹਨੂੰ ਆਪਣੇ ਮਨ 'ਚ ਬਾਲੋ ਤੇ ਇੱਧਰ ਆ ਕੇ ਫਿਰ ਬੜੇ ਸੋਹਣੇ ਜਿਹੜੇ ਤੁਸੀਂ ਆ ਸਾਰਾ ਕਾਰਟੂਨਾਂ ਦੇ ਨਾਲ ਵੇਖੋ। ਇੱਕ ਕੁੜੀ ਨੇ ਇਹ ਕਿੱਡੀ ਸੋਹਣੀ ਮਿਹਨਤ ਕੀਤੀ ਆ, ਹਰਪ੍ਰੀਤ ਨੇ, ਤੇ ਉਹ ਇੰਨੇ ਚੀਜ਼ ਦਿੱਤੀ ਆ ਬੱਚਿਆਂ ਨੂੰ ਜਿਹਦੀ ਅੱਜ ਕੱਲ੍ਹ ਡਿਮਾਂਡ ਆ ਕਾਰਟੂਨ ਦੀ। ਜਿਹੜੇ ਬੱਚੇ ਕਾਰਟੂਨ ਵੇਖ ਰਹੇ ਆ ਤੇ ਇਹ ਸਾਰੇ ਇੱਥੇ ਹੀ ਆ ਕਿ ਸਾਰੇ ਆਸਟ੍ਰੇਲੀਆ ਦੇ ਵਿੱਚ ਤੁਸੀਂ ਇਹ ਵੰਡੀਆਂ ਕਿਤਾਬਾਂ? ਹਾਂਜੀ, ਇਹ ਕਿਤਾਬਾਂ ਪਿਛਲੇ ਸਾਲ ਜਦੋਂ ਸਾਡੇ ਇੱਥੇ ਸਿੱਖ ਗੇਮਸ ਹੁੰਦੀਆਂ ਆ ਤਾਂ ਉਹਨਾਂ ਨੂੰ ਅਸੀਂ ਇਹ ਕਿਤਾਬਾਂ ਦਿੱਤੀਆਂ ਸੀ। ਲਗਭਗ 500 ਦੇ ਕਰੀਬ ਕਿਤਾਬਾਂ ਜਿਹੜੀਆਂ ਫ੍ਰੀ ਵੰਡੀਆਂ ਗਈਆਂ ਸੀਗੀਆਂ। ਤੇ ਮੈਂ ਮਤਲਬ ਕਿ ਇਹ ਜਿਹੜੀ ਕਿਤਾਬ ਜਿਹੜੀ ਆ ਜਾਂ ਪੰਜਾਬੀ ਲਈ ਮੈਂ ਜੋ ਵੀ ਕਰ ਰਹੀ ਹਾਂ ਉਹ ਮੇਰਾ ਕਮਾਈ ਦਾ ਸਾਧਨ ਨਹੀਂ ਗਾ। ਮੈਂ ਮੇਰੀ ਇੱਕ ਜੋਬ ਆ, ਮੈਂ ਕੰਮ ਕਰ ਰਹੀ ਹਾਂ, ਉੱਥੋਂ ਸਾਡੇ ਜੀਵਨ ਲਈ ਜੋ ਸਾਨੂੰ ਚਾਹੀਦਾ ਅਸੀਂ ਕਮਾ ਰਹੇ ਹਾਂ, ਖਰਚ ਰਹੇ ਹਾਂ। ਪੰਜਾਬੀ ਕਲਾਸ ਜਿਹੜੀ ਮੈਂ ਲਾਉਣੀ ਆ ਉਹਦੇ ਵਿੱਚੋਂ ਜੋ ਮੈਨੂੰ ਮਿਲਦਾ ਆ, ਜੋ ਮੇਰਾ ਇਨਕਮ ਆ, ਤਾਂ ਮੇਰੀ ਕੋਸ਼ਿਸ਼ ਆ ਕਿ ਮੈਂ ਉਹ ਪੰਜਾਬੀ ਵਾਸਤੇ ਹੀ ਲਾ ਦੇਵਾਂ। ਤਾਂ ਉਹਦੇ ਵਿੱਚੋਂ ਇਹ ਕਿਤਾਬਾਂ ਛਪਦੀਆਂ ਆ।
ਬਹੁਤ ਥੋੜੀ ਕੀਮਤ ਰੱਖੀ ਹੋਈ, ਜੇ ਕੋਈ ਦੇਵੇ ਤਾਂ। ਜਿਵੇਂ 500 ਕਿਤਾਬ ਅਸੀਂ ਸਿੱਖ ਗੇਮਸ ਦੇ ਉੱਤੇ ਹੀ ਵੰਡ ਦਿੱਤੀ, ਉਹ ਫ੍ਰੀ ਦਿੱਤੀ ਗਈ ਸੀਗੀ। ਤਾਂ ਜਿਹੜੀ ਇਹਦੀ ਕੀਮਤ ਆ ਉਹ ਇਹ ਆ ਕਿ ਅਗਲੀ ਕਿਤਾਬ ਦੇ ਵਿੱਚ ਪਾਉਣ ਵਾਸਤੇ ਹੈ, ਤੇ ਜਿੰਨੀ ਮੇਰੀਆਂ ਕਿਤਾਬਾਂ ਵਿਕ ਰਹੀਆਂ ਉਨੀਆਂ ਹੋਰ ਛਪਣਗੀਆਂ। ਸੋ ਵੇਖੋ ਦਸਵੰਧ ਕੱਢ ਰਹੇ ਆ ਇਹ ਲੜਕੀ ਹਰਪ੍ਰੀਤ ਕੌਰ। ਹਰਪ੍ਰੀਤ ਕੌਰ ਜੀ, ਸਿੱਖ ਚੈਨਲ ਤੁਹਾਡੇ ਕੋਲ ਆਇਆ ਚੱਲ ਕੇ ਤੁਹਾਡੀ ਯੋਗਤਾ ਕਰਕੇ, ਔਰ ਤੁਹਾਡੀ ਪੰਜਾਬੀ ਨਾਲ ਇੰਨੀ ਰੁਚੀ, ਤੇ ਕੀ ਕਹਿਣਾ ਚਾਹੋਗੇ? ਸਿੱਖ ਚੈਨਲ ਇੱਕ ਵਰਲਡ ਦੇ ਵਿੱਚ ਸਿੱਖੀ ਦਾ ਪ੍ਰਚਾਰ ਕਰ ਰਿਹਾ, ਔਰ ਤੁਸੀਂ ਵੇਖਦੇ ਵੀ ਜੇ ਕੀ ਇਹਦੇ ਬਾਰੇ ਤੁਸੀਂ ਜਾਣਕਾਰੀਆਂ, ਤੇ ਇਸ ਵਕਤ ਤੁਹਾਨੂੰ ਸਿੱਖ ਚੈਨਲ ਦੀ ਅੱਖ ਨਾਲ ਵਰਲਡ ਵਾਈਡ ਵੇਖਿਆ ਜਾ ਰਿਹਾ, ਮਿਲੀਅਨ ਬਿਲੀਅਨ ਲੋਕ ਵੇਖ ਰਹੇ ਆ, ਕੀ ਮੈਸੇਜ ਦੇਣਾ ਚਾਹੋਗੇ? ਪਹਿਲਾਂ ਤਾਂ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਸਿੱਖ ਚੈਨਲ ਦਾ, ਕਿ ਉਹਨਾਂ ਨੇ ਮੈਨੂੰ ਮੌਕਾ ਦਿੱਤਾ ਇੰਨੀ ਵੱਡੀ ਗਿਣਤੀ ਵਿੱਚ ਪੰਜਾਬੀਆਂ ਦੇ ਰੂਬਰੂ ਹੋਣ ਦਾ। ਤੇ ਮੈਂ ਪਹਿਲਾਂ ਵੀ ਮੇਰਾ ਇੱਕ ਵਾਰ ਤੁਹਾਡੇ ਨਾਲ ਰਾਬਤਾ ਬਣਿਆ ਸੀ, ਮੈਂ ਉਦੋਂ ਤੋਂ ਫੋਲੋ ਕਰ ਰਹੀ ਹਾਂ ਸਿੱਖ ਚੈਨਲ ਨੂੰ ਫੇਸਬੁੱਕ ਪੇਜ 'ਤੇ। ਤਾਂ ਮੈਂ ਦੇਖਦੀ ਹਾਂ ਤੁਹਾਡੀਆਂ ਸਿਰਫ ਇੱਕ ਹੀ ਪਾਸੇ ਤੁਸੀਂ ਆਪਦਾ ਜਿਹੜਾ ਧਿਆਨ ਨਹੀਂ ਲਾਇਆ ਹੋਇਆਗਾ। ਤੁਸੀਂ ਸਿੱਖੀ ਦਾ ਪ੍ਰਚਾਰ ਕਰ ਰਹੇ ਹੋ, ਤੁਸੀਂ ਪੰਜਾਬੀ ਦਾ ਪ੍ਰਚਾਰ ਕਰ ਰਹੇ ਹੋ, ਪੰਜਾਬੀਅਤ ਦਾ ਕਰ ਰਹੇ ਹੋ। ਤੁਹਾਨੂੰ ਮੈਂ ਦੇਖਦੀ ਹਾਂ ਕਿ ਪੰਜਾਬ ਦੇ ਜਿਹੜੇ ਹਾਲਾਤ ਆ ਉਹਨਾਂ ਬਾਰੇ ਵੀ ਤੁਸੀਂ ਫਿਕਰਮੰਦ ਹੋ। ਤਾਂ ਮੈਂ ਤੁਹਾਡੇ ਚੈਨਲ ਦੇ ਵਿੱਚ ਨੂੰ ਬਹੁਤ ਪੱਖੀ ਵੇਖਿਆ, ਅਤੇ ਮੈਂ ਦੇਖਿਆ ਕਿ ਬਹੁਤ ਅਲੱਗ-ਅਲੱਗ ਪਹਿਲੂਆਂ 'ਤੇ ਤੁਸੀਂ ਕੰਮ ਕਰ ਰਹੇ ਆ। ਜਿਵੇਂ ਹੁਣੇ ਤੁਸੀਂ ਦੱਸਿਆ ਕਿ ਤੁਹਾਡੀਆਂ ਸਭ ਦੇਸ਼ਾਂ ਦੇ ਵਿੱਚ ਟੀਮਸ ਨੇ, ਮੋਸਟ ਆਫ ਦੈਮ। ਤਾਂ ਚੰਗੀ ਗੱਲ ਆ ਕਿ ਤੁਸੀਂ ਸਿੱਖੀ ਲਈ ਜਾਂ ਪੰਜਾਬ ਲਈ, ਪੰਜਾਬੀਅਤ ਲਈ ਇੰਨਾ ਕੁਛ ਕਰ ਰਹੇ ਹੋ। ਅਤੇ ਸਾਨੂੰ ਲੋੜ ਆ, ਸਾਡੇ ਟਾਈਮ ਦੀ ਲੋੜ ਆ, ਸਭ ਤੋਂ ਵੱਡੀ ਲੋੜ ਆ ਇਸ ਟਾਈਮ 'ਤੇ, ਕਿ ਅਸੀਂ ਕਿਵੇਂ ਆਪਦੇ ਜਿਹੜੀ ਸਿੱਖ ਧਰਮ ਆ ਉਸ ਦੀਆਂ ਜਿਹੜੀਆਂ ਉਹਨੂੰ ਕਿਵੇਂ ਅਸੀਂ ਲੋਕਾਂ ਦੇ ਸਾਹਮਣੇ, ਬਾਕੀ ਜਿਹੜਾ ਜਗਤ ਆ ਉਹਦੇ ਸਾਹਮਣੇ ਕਿਵੇਂ ਰੀਪ੍ਰਜੈਂਟ ਕਰੀਏ। ਕਿ ਨਾਲੇ ਇਸ ਦੇ ਨਾਲ ਹੀ ਸਾਡੇ ਜਿਹੜੇ ਬੱਚੇ ਆ, ਖਾਸ ਕਰਕੇ ਸਾਡੇ ਬੱਚੇ, ਉਹਨਾਂ ਨੂੰ ਅਸੀਂ ਧਰਮ ਦੇ ਨਾਲ ਕਿਵੇਂ ਜੋੜੀਏ। ਤਾਂ ਮੇਰਾ ਖਿਆਲ ਆ ਕਿ ਸਿੱਖ ਚੈਨਲ ਬਹੁਤ ਵੱਡਾ ਕੰਮ ਕਰ ਰਿਹਾ ਇਸ ਮਾਮਲੇ ਦੇ ਵਿੱਚ। ਜਿਵੇਂ ਮੈਂ ਕਹਿੰਦੀ ਹੁੰਦੀ ਹਾਂ ਕਿ ਪੰਜਾਬੀ ਜਿਹੜੀ ਆ, ਤੁਸੀਂ ਪੇਰੈਂਟਸ ਨੂੰ ਮੈਂ ਕਹਿੰਦੀ ਹੁੰਦੀ ਹਾਂ ਪੰਜਾਬੀ ਪੜ੍ਹਨੀ ਬਹੁਤ ਜ਼ਰੂਰੀ ਆ। ਜ਼ਰੂਰੀ ਹੈ, ਜੇ ਪੰਜਾਬੀ ਨਹੀਂ ਬੱਚੇ ਨੂੰ ਆਊਗੀ ਕਿਵੇਂ ਉਹ ਪਾਠ ਸਿੱਖੂਗਾ, ਕਿਵੇਂ ਉਹ ਸਿੱਖੀ ਬਾਰੇ ਜਾਣੂਗਾ। ਤਾਂ ਸੇਮ ਚੀਜ਼ ਤੁਹਾਡੀ ਹੈ, ਤੁਸੀਂ ਪੰਜਾਬੀ ਦੇ ਰਾਹੀਂ ਸਿੱਖ ਧਰਮ ਦਾ ਪ੍ਰਚਾਰ ਕਰ ਰਹੇ ਹੋ, ਸਿੱਖ ਧਰਮ ਦੇ ਰਾਹੀਂ ਪੰਜਾਬੀ ਦਾ ਪ੍ਰਚਾਰ ਕਰ ਰਹੇ ਹੋ। ਹਰਪ੍ਰੀਤ ਕੌਰ ਜੀ, ਤੁਹਾਨੂੰ ਪਤਾ ਕਿ ਜਿਹੜੀ ਆ BBC ਦੀ ਵੈਬਸਾਈਟ 'ਤੇ ਤਾਮਿਲ, ਬੰਗਲਾਦੇਸ਼ੀ, ਅਫਗਾਨਿਸਤਾਨੀ ਸਾਰੀ ਜਿਹੜੀ ਰਜਿਸਟਰ ਸੀ, ਇੱਕ ਪੰਜਾਬੀ ਬੋਲੀ ਰਜਿਸਟਰ ਨਹੀਂ ਸੀ। ਸਿੱਖ ਚੈਨਲ ਨੇ 2 ਸਾਲ ਦੇ ਜਦੋਜਹਿਦ ਕਰਕੇ ਸੈਮੀਨਾਰ ਲਾ ਕੇ ਦੁਨੀਆ ਨੂੰ ਜਾਗਰੂਕ ਕਰਕੇ ਤੇ ਗੌਰਮੈਂਟ ਨੂੰ ਮਜਬੂਰ ਕਰ ਦਿੱਤਾ, BBC ਨੂੰ। BBC ਦੀ ਵੈਬਸਾਈਟ 'ਤੇ ਤੁਸੀਂ ਹੁਣ ਪੰਜਾਬੀ ਜਿਹੜੀ ਆ ਉਹ ਰਜਿਸਟਰ ਵੇਖ ਸਕਦੇ ਜੇ। ਸਿੱਖ ਚੈਨਲ ਵੀ ਰਾਤ ਦਿਨ ਇਹ ਜਿਹੜਾ ਮਿਹਨਤ ਕਰ ਰਿਹਾ, ਤੇ ਇਹਦੇ ਬਾਰੇ ਤੁਹਾਨੂੰ ਕਿਸ ਤਰ੍ਹਾਂ ਲੱਗਾ ਇੱਕ ਅੱਧੇ ਸੈਕਿੰਡ 'ਚ? ਹਾਂਜੀ, ਬਹੁਤ ਵਧੀਆ ਲੱਗਾ ਇਹ ਜਾਣ ਕੇ ਕਿ ਤੁਸੀਂ ਇੰਨਾ ਵੱਡਾ ਉਪਰਾਲਾ ਕੀਤਾ ਆਪਣੀ ਪੰਜਾਬੀ ਦੇ ਵਾਸਤੇ। ਸੋ ਪਿਆਰੇ ਦਰਸ਼ਕੋ, ਘਰ ਦੇ ਵਿੱਚ ਪੰਜਾਬੀ ਬੋਲੋ, ਆਪਣੇ ਬੱਚਿਆਂ ਨੂੰ ਪੰਜਾਬੀ ਸਿਖਾਓ। ਪੰਜਾਬੀ ਸਾਡੀ ਮਾਤ ਭਾਸ਼ਾ ਹੈ। ਜੇ ਅਸੀਂ ਆਪਣੇ ਵਿਰਸੇ ਨਾਲ ਟੁੱਟ ਗਏ ਤਾਂ ਅਸੀਂ ਚਕਨਾਚੂਰ ਹੋ ਜਾਓਗੇ। ਸਾਡੀ ਜਾਣ ਪਛਾਣ ਸਾਡੀ ਪੰਜਾਬੀ ਬੋਲੀ ਕਰਕੇ ਆ, ਸਾਡੇ ਕੰਮਾਂ ਕਰਕੇ ਆ। ਸੋ ਇੱਥੇ ਹੀ ਸਮਾਪਤੀ ਕਰਦੇ ਹਾਂ। ਇਹ ਸੀ ਸਾਡੀ ਬਹੁਤ ਹੀ ਪਿਆਰੀ ਬੇਟੀ, ਪੰਜਾਬ ਦੀ ਧੀ ਹਰਪ੍ਰੀਤ ਕੌਰ, ਜਿਹੜੀ ਕਿ ਪੰਜਾਬੀ ਦੇ ਦਰਦ ਨੂੰ ਸਾਰੇ ਆਸਟ੍ਰੇਲੀਆ ਦੇ ਵਿੱਚ ਹੋਕਾ ਦੇ ਰਹੀ ਆ ਕਿ ਘਰੀ ਪੰਜਾਬੀ ਬੋਲੋ। ਸੋ ਇੱਥੇ ਹੀ ਸਮਾਪਤੀ ਕਰਦੇ ਹਾਂ। ਕਿਸ ਤਰ੍ਹਾਂ ਇਹ ਇੰਟਰਵਿਊ ਲੱਗੀ, ਫੀਡਬੈਕ ਜ਼ਰੂਰ ਦੇਣਾ ਜੀ। ਮੈਂ ਜਗਤਾਰ ਸਿੰਘ ਨਿੱਜਰ, ਕੈਮਰਾਮੈਨ ਲਾਲੀ ਦੇ ਨਾਲ, ਅਲਬਰੀ ਸ਼ਹਿਰ, ਆਸਟ੍ਰੇਲੀਆ ਦੀ ਧਰਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।